ਮਨ ਦੇ ਵਿੱਚ ਕਿਸ ਤਰ੍ਹਾਂ ਇਹ ਭਾਵਨਾ ਜਾਗੀ ਕਿ ਮੈਂ ਬੁੱਕ ਨੂੰ ਜਿਹੜਾ ਆ ਲਿਖ ਕੇ ਲੋਕਾਂ ਤੱਕ ਪਹੁੰਚਾਵਾਂ? ਹਾਂਜੀ ਜੀ, ਜਿਵੇਂ ਇਹ ਮਹਾਰਾਣੀ ਮਾਂ ਬੁੱਕ ਦੀ ਪਲੈਨਿੰਗ ਅੱਜ ਤੋਂ ਕੋਈ 1.5 ਸਾਲ ਪਹਿਲਾਂ ਹੋਈ ਸੀ। ਮੇਰੇ ਇੱਕ ਮਿੱਤਰ ਨੇ, ਇਕਬਾਲ ਸਿੰਘ ਪੱਟੀ ਜੀ, ਉਹਨਾਂ ਨੇ ਮੈਨੂੰ ਮਤਲਬ ਕਿ ਕਿਹਾ ਕਿ ਭਾਜੀ ਤੁਸੀਂ ਇਸ ਤਰ੍ਹਾਂ ਕਹਾਣੀਆਂ ਲਿਖਣੀਆਂ ਸ਼ੁਰੂ ਕਰੋ ਅਤੇ ਆਪਾਂ ਇੱਕ ਕਿਤਾਬ ਕਰਵਾਈਏ ਤੁਹਾਡੀ। ਉਦੋਂ ਗੱਲ ਨੂੰ ਸੀਰੀਅਸਲੀ ਨਹੀਂ ਲਿਆ, ਪਰ ਫਿਰ ਇਹ ਸੀ ਕਿ ਮੈਂ ਥੋੜ੍ਹਾ ਬਹੁਤਾ ਲਿਖਣਾ ਸ਼ੁਰੂ ਕੀਤਾ, ਕਿਉਂਕਿ ਕਾਫੀ ਸਮੇਂ ਤੋਂ ਸਰੀਰਕ ਹਾਲਤ ਠੀਕ ਨਾ ਹੋਣ ਕਰਕੇ ਮੈਂ ਲਿਖਣਾ ਛੱਡਿਆ ਸੀ। ਹੱਥ ਨਾਲ ਕਾਪੀ ਪੈਨ ਨਾਲ ਲਿਖਣਾ ਤੇ ਬਹੁਤ ਮੁਸ਼ਕਲ ਸੀ। ਸੋ ਇਹ ਜਿੰਨੀਆਂ ਵੀ ਕਹਾਣੀਆਂ ਇਸ ਬੁੱਕ ਵਿੱਚ ਹਨ, ਉਹ ਸਾਰੀਆਂ ਮੈਂ ਮੋਬਾਈਲ ਦੇ ਉੱਪਰ ਇੱਕ ਇੱਕ ਕਰਕੇ ਟਾਈਪ ਕੀਤੀ। ਤਾਂ ਇਸ ਚੀਜ਼ ਨੂੰ ਫਿਰ ਕਾਫੀ ਟਾਈਮ ਲੱਗਾ। ਉਸ ਤੋਂ ਬਾਅਦ ਫਿਰ ਜਦੋਂ ਸਾਰੀਆਂ ਕਹਾਣੀਆਂ ਟਾਈਪ ਹੋਈਆਂ ਤਾਂ ਇਹਨੂੰ ਫਿਰ ਕੰਪਿਊਟਰ ਵਿੱਚ ਦੁਬਾਰਾ ਟਾਈਪ ਕਰਨਾ ਪੈਂਦਾ, ਕਿਉਂਕਿ ਫੌਂਟ ਦਾ ਔਰ ਇੱਕ ਕੋਡ ਹੁੰਦਾ ਹੈ, ਉਹ ਸਾਰਾ ਚੇਂਜ ਹੋ ਜਾਂਦਾ ਹੈ। ਉਹਦੇ ਨਾਲ ਫਿਰ ਕਾਫੀ ਮੁਸ਼ਕਲ ਆਉਂਦੀਆਂ। ਇਹ ਫਿਰ ਕੰਮ ਸਾਰਾ ਉਹਨਾਂ ਭਾਜੀ ਉਹਨਾਂ ਨੇ ਕੀਤਾ। ਮਹਾਰਾਣੀ ਮਾਂ ਦੇ ਜਿਹੜੀ ਤੁਸੀਂ ਬੁੱਕ ਲਾਂਚ ਕੀਤੀ ਹੈ, ਇਹਦੇ ਵਿੱਚ ਹੈ ਕੀ ਆ? ਹਾਂਜੀ ਜੀ, ਇਹ ਇੱਕ ਕਹਾਣੀਆਂ ਦੀ ਕਿਤਾਬ ਆ। ਔਰ ਜੇ ਕਹਾਣੀਆਂ ਦੀ ਗੱਲ ਕਰੀਏ ਤਾਂ ਹਰ ਸਮਾਜਿਕ ਵਿਸ਼ੇ ਦੀ ਕਹਾਣੀ ਇਸ ਵਿੱਚ ਬੁੱਕ ਵਿੱਚ ਤੁਹਾਨੂੰ ਮਿਲੂਗੀ, ਚਾਹੇ ਉਹ ਕੋਈ ਵੀ ਕੁਰੀਤੀ ਹੋਵੇ। ਦਾਜ ਪ੍ਰਥਾ ਦੀ ਆ, ਔਰ ਜਿਵੇਂ ਸੁਸਾਈਡ ਕਰਦੇ ਆ ਲੋਕ, ਜਿਵੇਂ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਆ, ਜਾਂ ਕਹਿ ਲਓ ਕਿ ਮਤਲਬ ਕਿ ਤੇਜ਼ਾਬੀ ਹਮਲੇ ਹੁੰਦੇ ਆ। ਸੋ ਹਰ ਕੁਰੀਤੀ ਦੇ ਇਸ ਬੁੱਕ ਵਿੱਚ ਕਹਾਣੀਆਂ ਹੈ। ਮੈਂ ਜਾਣਨਾ ਚਾਹਾਂਗਾ ਕਿ ਆਪਣੀ ਮਾਂ ਨੂੰ ਲੈ ਕੇ ਤੁਸੀਂ ਇਸ ਕਿਤਾਬ ਦੇ ਵਿੱਚ ਕੀ ਲਿਖਿਆ, ਔਰ ਜੋ ਤੁਹਾਡੀਆਂ ਫੀਲਿੰਗਸ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਲਿਖਿਆ ਇਹਦੇ ਵਿੱਚ? ਹਾਂਜੀ ਬਿਲਕੁਲ ਜੀ, ਪਰਿਵਾਰ ਦਾ ਸਪੋਰਟ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਬਿਨਾਂ ਪਰਿਵਾਰ ਦੇ ਸਪੋਰਟ ਤੋਂ ਕੋਈ ਵੀ ਕੁਛ ਵੀ ਨਹੀਂ ਕਰ ਸਕਦਾ ਸੀ। ਔਰ ਜਿਵੇਂ ਮੇਰੀ ਹਾਲਤ ਸੀ, ਸੋ ਮੇਰੇ ਕੋਲ, ਜੇ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗਾ ਕਿ ਮੇਰੇ ਪਰਿਵਾਰ ਦਾ ਸਪੋਰਟ ਨਾ ਹੁੰਦਾ, ਜੇ ਮੇਰੇ ਪਰਿਵਾਰ ਦਾ ਸਾਥ ਨਾ ਹੁੰਦਾ, ਪਿਆਰ ਨਾ ਹੁੰਦਾ, ਤੇ ਅੱਜ ਰਾਜਾ ਹੰਸਪਾਲ ਵੀ ਨਾ ਹੁੰਦਾ। ਪੋਲੀਓ ਹੋ ਗਿਆ ਸੀ, ਪਰ ਇਹ ਸੀ ਕਿ ਮੈਂ ਲੰਗੜਾ ਕੇ ਤੁਰ ਲੈਂਦਾ ਹੁੰਦਾ ਸੀ, ਔਰ ਤੁਰ ਕੇ ਮੈਂ ਸਕੂਲ ਜਾਣਾ, ਆਪਣਾ ਸਾਰਾ ਸਰੀਰ ਸੰਭਾਲ ਲੈਣਾ, ਆਪਣੇ ਸਾਰੇ ਕੰਮ ਆਪ ਕਰ ਲੈਂਦਾ ਹੁੰਦਾ ਸੀ। ਪਰ ਮੁਸ਼ਕਲਾਂ ਦਾ ਦੌਰ ਫਿਰ 8ਵੀਂ ਜਮਾਤ ਵਿੱਚ ਉਦੋਂ ਸ਼ੁਰੂ ਹੋਇਆ, ਜਦੋਂ ਮੈਂ ਇੱਕ ਦੁਰਘਟਨਾ ਵਿੱਚ ਸਾਈਕਲ ਤੋਂ ਡਿੱਗ ਪਿਆ, ਅਤੇ ਉਹ ਡਿੱਗਣ ਕਰਕੇ ਫਿਰ ਮੇਰੇ ਲੱਤ 'ਤੇ ਫ੍ਰੈਕਚਰ ਹੋ ਗਿਆ, ਅਤੇ ਜਿਹੜੀ ਲੱਤ 'ਤੇ ਜ਼ਿਆਦਾ ਚੱਲਦੀ ਸੀ ਮੇਰੀ, ਉਸੇ ਲੱਤ 'ਤੇ ਫ੍ਰੈਕਚਰ ਹੋ ਗਿਆ। ਅਤੇ ਉਹ ਤੋਂ ਬਾਅਦ ਫਿਰ ਮੈਂ ਉੱਠ ਨਹੀਂ ਸਕਿਆ, ਮਤਲਬ ਕਿ ਖੜ੍ਹਾ ਨਹੀਂ ਹੋ ਪਾਇਆ। ਗੀਤ ਵੀ ਮੈਂ ਲਿਖਦਾ ਰਿਹਾ, ਔਰ ਹਰ ਟੌਪਿਕ 'ਤੇ ਲਿਖਦਾ ਰਿਹਾ, ਚਾਹੇ ਸੈਡ ਹੋਵੇ, ਚਾਹੇ ਰੋਮਾਂਟਿਕ ਹੋਵੇ, ਚਾਹੇ ਕੋਈ ਹੋਰ ਟੌਪਿਕ ਹੋਵੇ, ਬੀਟ ਟੌਪਿਕ ਹੋਵੇ। ਸੋ ਮੈਂ ਜ਼ਿਆਦਾ ਸਿੰਗਰਾਂ ਨੇ ਤੇ ਗੀਤ ਨਹੀਂ ਦੇਖ ਸਕਿਆ, ਮੈਂ ਇਸ ਫੀਲਡ ਵਿੱਚ ਜ਼ਿਆਦਾ ਕੁਛ ਨਹੀਂ ਕਰ ਸਕਿਆ, ਕਿਉਂਕਿ ਬਾਹਰ ਜਾਣਾ ਪੈਂਦਾ ਸੀ, ਸਿੰਗਰਾਂ ਨਾਲ ਮਿਲਣਾ ਜੁਲਣਾ ਪੈਂਦਾ ਸੀ, ਅਤੇ ਉਹ ਸਭ ਮੇਰੇ ਕੋਲ ਨਹੀਂ ਕਰ ਸਕਿਆ ਸਰੀਰਕ ਹਾਲਤ ਹੋਣ ਕਰਕੇ। ਪਰਮਾਤਮਾ ਨਾਲ ਬੈਠ ਕੇ ਵੀ ਗਿਲਾ ਸ਼ਿਕਵਾ ਕਰਦੇ ਹੋ ਫਿਰ? ਹਾਂਜੀ, ਗਿਲੇ ਸ਼ਿਕਵੇ ਤਾਂ ਵੇਖੋ ਜੀ ਫਿਰ ਹੁੰਦੇ ਹੀ ਆ, ਅਤੇ ਪਰ ਫਿਰ ਕਿਤੇ ਨਾ ਕਿਤੇ ਸ਼ੁਕਰਾਨਾ ਵੀ ਹੁੰਦਾ ਹੈ ਕਿ ਠੀਕ ਹੈ, ਜੇ ਤੂੰ ਮੈਨੂੰ ਇੱਦਾਂ ਦਾ ਰੱਖਿਆ ਪਰਮਾਤਮਾ, ਪਰ ਤੂੰ ਫਿਰ ਮੈਨੂੰ ਆਪਣੇ ਰੂਪ ਵਿੱਚ ਆਪ ਆ ਕੇ ਇੱਕ ਪਰਿਵਾਰ ਦਿੱਤਾ। ਮੇਰੇ ਭਰਾ ਬਹੁਤ ਸਾਥ ਦਿੰਦੇ ਨੇ, ਮੇਰਾ ਪਰਿਵਾਰ ਪੂਰਾ ਮੇਰਾ ਸਪੋਰਟ ਕਰਦਾ ਹੈ। ਬਾਕੀ ਮੇਰੇ ਯਾਰ ਦੋਸਤ, ਜੋ ਮੇਰੇ ਰਿਸ਼ਤੇਦਾਰ, ਸਭ ਬਹੁਤ ਵਧੀਆ ਨੇ, ਸਾਰੇ ਮੈਨੂੰ ਹੱਲਾਸ਼ੇਰੀ ਦਿੰਦੇ ਨੇ, ਉਤਸ਼ਾਹਿਤ ਕਰਦੇ ਨੇ। ਉਸ ਬੁੱਕ ਨੂੰ ਜਦੋਂ ਲਾਂਚ ਹੁੰਦੀ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ, ਔਰ ਤੁਸੀਂ ਇਸ ਬੁੱਕ ਨੂੰ ਕਿੰਨੇ ਸਮੇਂ ਦੇ ਵਿੱਚ ਸਾਰਾ ਕਿੰਨਾ ਸਮਾਂ ਲਿਆ? ਇਹਨੂੰ ਸਾਰੀ ਬੁੱਕ ਨੂੰ ਤਾਂ ਜ਼ਰੂਰ ਪੜ੍ਹਿਆ ਹੋਏਗਾ ਤੁਸੀਂ। ਸਾਰੀ ਬੁੱਕ ਨੂੰ ਮੈਂ ਤਾਂ 2 ਦਿਨ ਵਿੱਚ ਪੜ੍ਹ ਲਿਆ, ਅਤੇ ਮੈਨੂੰ ਬਹੁਤ ਫਖਰ ਮਹਿਸੂਸ ਹੋਇਆ ਜਦੋਂ ਇਹਨੇ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ, ਸਭ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ। ਇਹ ਨਹੀਂ ਮਹਾਰਾਣੀ ਮਾਂ 'ਤੇ ਲਿਖੀ ਆ, ਉਹ ਵੀ ਇਹਦੀ ਆਪਣੀ ਇੱਕ ਹੈਗੀ ਸੀ, ਮਤਲਬ ਬਾਕੀ ਇਹਨੇ ਸਮਾਜ ਵਾਸਤੇ ਵੀ ਲਿਖੀਆਂ ਕਹਾਣੀਆਂ। ਚੰਗੇ ਸਰੀਰ ਦਿੱਤੇ ਤੇ ਚੰਗੇ ਕੰਮ ਕਰੋ, ਚੰਗੀ ਸੋਚ ਰੱਖੋ, ਸਕਾਰਾਤਮਕ ਸੋਚ ਰੱਖੋ, ਨਕਾਰਾਤਮਕ ਸੋਚ ਨਾ ਰੱਖੋ। ਆਪਣੀ ਮਾਂ, ਜੇ ਤੁਹਾਨੂੰ ਮਾਂ ਪਿਓ ਨੇ ਜਨਮ ਦਿੱਤਾ ਹੈ, ਤੁਸੀਂ ਵੀ ਆਪਣੇ ਮਾਂ ਪਿਓ ਨੂੰ ਖੁਸ਼ੀਆਂ ਦੇ ਕੇ ਜਾਓ, ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣੋ, ਉਹਨਾਂ ਨੂੰ, ਬਜ਼ੁਰਗਾਂ ਨੂੰ ਨਾ ਰੋਲੋ।
ਇੱਕ ਮਾਂ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਪੁੱਤ ਜਵਾਨ ਹੋਊਗਾ ਤਾਂ ਮੇਰੇ ਘਰ ਦੇ ਵਿੱਚ ਨੂੰਹ ਆਏਗੀ ਤਾਂ ਬੱਚੇ ਜਿਹੜੇ ਆ ਉਹਦੇ ਖੇਡਣਗੇ, ਮੈਂ ਖਿਡਾਵਾਂਗੀ। ਤਾਂ ਤੁਹਾਨੂੰ ਕਿੰਨਾ ਕੁ ਚਾਅ ਸੀ ਔਰ ਕਿੰਨਾ ਕੁ ਦੁੱਖ ਲੱਗਦਾ ਉਹਨੂੰ? ਮੈਨੂੰ ਚਾਅ ਤੇ ਬੜਾ ਹੈ, ਪਰ ਮੇਰੇ 2 ਬੇਟੇ ਵਿਆਹੇ ਨੇ, ਪੋਤਰੇ ਨੇ, ਪੋਤਰੀਆਂ ਨੇ, 2 ਪੋਤਰੇ ਨੇ, 2 ਪੋਤਰੀਆਂ ਨੇ। ਉਹ ਇਹਨੇ ਨਾਲ ਬੜਾ ਪਿਆਰ ਕਰਦੇ ਆ। ਰਾਜਾ ਚਾਚੂ ਕਹਿੰਦੇ ਆ, ਚਾਚੂ ਕਹਿੰਦੇ। ਇਹਨੂੰ ਵੀ ਬੜਾ ਖੁਸ਼ ਹੁੰਦਾ ਹੈ। ਪਰ ਫਿਰ ਇਹਨੂੰ ਕਈ ਵਾਰੀ ਮਤਲਬ ਹੁੰਦਾ ਸੀ, ਦੋਸਤੀ ਹੁੰਦੀ ਸੀ ਕਈ ਕੁੜੀਆਂ ਨਾਲ, ਪਰ ਇਹਨੇ ਕਿਹਾ ਨਹੀਂ, ਮੈਂ ਕਿਸੇ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ। ਸਤਿ ਸ਼੍ਰੀ ਅਕਾਲ। ਪੰਜਾਬ ਸਟਾਰ ਟੀਵੀ ਦੇਖ ਰਹੇ ਹੋ ਤੁਸੀਂ। ਅਕਸਰ ਲੋਕ ਛੋਟੀਆਂ-ਛੋਟੀਆਂ ਮਜਬੂਰੀਆਂ ਨੂੰ ਲੈ ਕੇ ਹੌਸਲਾ ਹਾਰ ਲੈਂਦੇ ਨੇ ਔਰ ਇਹ ਕਹਿ ਕੇ ਘਰ ਦੇ ਵਿੱਚ ਬੈਠ ਜਾਂਦੇ ਨੇ ਕਿ ਸਾਡੇ ਕੋਲ ਇਹ ਕੰਮ ਨਹੀਂ ਹੁੰਦਾ। ਪਰ ਜੇਕਰ ਗੱਲ ਰਾਜਾ ਹੰਸਪਾਲ ਜੀ ਦੀ ਕੀਤੀ ਜਾਵੇ ਤਾਂ 1.5 ਸਾਲ ਦੀ ਉਮਰ ਦੇ ਵਿੱਚ ਇੱਕ ਵੱਡੀ ਮੁਸ਼ਕਲ ਆ ਜਾਂਦੀ ਹੈ। ਪੋਲੀਓ ਗ੍ਰਸਤ ਹੋ ਜਾਂਦੇ ਨੇ ਔਰ ਚੱਲਣ ਦੇ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਪਰ ਉਹ ਆਪਣੀ ਮੁਸ਼ਕਲ ਨੂੰ ਮੁਸ਼ਕਲ ਨਹੀਂ ਸਮਝਦੇ ਔਰ ਘਰ ਦੇ ਵਿੱਚ ਰਹਿ ਕੇ ਇੱਕ ਅੱਛੇ ਰਾਈਟਰ ਵਜੋਂ ਕੰਮ ਕਰਨਾ ਸ਼ੁਰੂ ਕਰਦੇ ਨੇ। ਸੋ ਅੱਜ ਉਹਨਾਂ ਦੁਆਰਾ ਆਪਣੀ ਇੱਕ ਬੁੱਕ ਰਿਲੀਜ਼ ਕੀਤੀ ਗਈ ਆ। ਸੋ ਲੰਬੀ ਗੱਲਬਾਤ ਕਰਦੇ ਆ ਔਰ ਜਾਣਦੇ ਆ ਕਿ ਹਾਂਜੀ ਭਾਈ ਸਾਹਿਬ, ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਕਿ ਤੁਸੀਂ ਮਹਾਰਾਣੀ ਮਾਂ ਬੁੱਕ ਰਿਲੀਜ਼ ਕੀਤੀ ਆ? ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਇਹ ਭਾਵਨਾ ਜਾਗੀ ਕਿ ਮੈਂ ਬੁੱਕ ਨੂੰ ਜਿਹੜਾ ਆ ਲਿਖ ਕੇ ਲੋਕਾਂ ਤੱਕ ਪਹੁੰਚਾਵਾਂ? ਹਾਂਜੀ ਜੀ, ਜਿਵੇਂ ਇਹ ਮਹਾਰਾਣੀ ਮਾਂ ਬੁੱਕ ਦੀ ਪਲੈਨਿੰਗ ਅੱਜ ਤੋਂ ਕੋਈ 1.5 ਸਾਲ ਪਹਿਲਾਂ ਹੋਈ ਸੀ। ਮੇਰੇ ਇੱਕ ਮਿੱਤਰ ਨੇ, ਇਕਬਾਲ ਸਿੰਘ ਪੱਟੀ ਜੀ, ਉਹਨਾਂ ਨੇ ਮੈਨੂੰ ਮਤਲਬ ਕਿ ਕਿਹਾ ਕਿ ਭਾਜੀ ਤੁਸੀਂ ਇਸ ਤਰ੍ਹਾਂ ਕਹਾਣੀਆਂ ਲਿਖਣੀਆਂ ਸ਼ੁਰੂ ਕਰੋ ਅਤੇ ਆਪਾਂ ਇੱਕ ਕਿਤਾਬ ਕਰਵਾਈਏ ਤੁਹਾਡੀ। ਉਦੋਂ ਗੱਲ ਨੂੰ ਸੀਰੀਅਸਲੀ ਨਹੀਂ ਲਿਆ, ਪਰ ਫਿਰ ਇਹ ਸੀ ਕਿ ਮੈਂ ਥੋੜ੍ਹਾ ਬਹੁਤਾ ਲਿਖਣਾ ਸ਼ੁਰੂ ਕੀਤਾ, ਕਿਉਂਕਿ ਕਾਫੀ ਸਮੇਂ ਤੋਂ ਸਰੀਰਕ ਹਾਲਤ ਠੀਕ ਨਾ ਹੋਣ ਕਰਕੇ ਮੈਂ ਲਿਖਣਾ ਛੱਡਿਆ ਸੀ। ਸੋ ਲਿਖਣ ਦਾ ਸ਼ੌਕ ਤਾਂ ਮੈਨੂੰ ਸ਼ੁਰੂ ਤੋਂ ਹੀ ਬਚਪਨ 'ਚੋਂ ਹੀ ਸੀ। ਸੋ ਮੈਂ ਫਿਰ ਲਿਖਣਾ ਸ਼ੁਰੂ ਕੀਤਾ ਉਹਨਾਂ ਦੇ ਮਤਲਬ ਕਿ ਪ੍ਰੇਰਿਤ ਕਰਨ 'ਤੇ। ਅਤੇ ਫਿਰ ਮਤਲਬ ਕਿ ਇਸ ਤਰ੍ਹਾਂ, ਕਿਉਂਕਿ ਹੁਣ ਇੱਕ ਹੱਥ ਨਾਲ ਕਾਪੀ ਪੈਨ ਨਾਲ ਲਿਖਣਾ ਤਾਂ ਬਹੁਤ ਮੁਸ਼ਕਲ ਸੀ। ਸੋ ਇਹ ਜਿੰਨੀਆਂ ਵੀ ਕਹਾਣੀਆਂ ਇਸ ਬੁੱਕ ਵਿੱਚ ਹਨ, ਉਹ ਸਾਰੀਆਂ ਮੈਂ ਮੋਬਾਈਲ ਦੇ ਉੱਪਰ ਇੱਕ ਇੱਕ ਕਰਕੇ ਟਾਈਪ ਕੀਤੀ। ਤਾਂ ਇਸ ਚੀਜ਼ ਨੂੰ ਫਿਰ ਕਾਫੀ ਟਾਈਮ ਲੱਗਾ। ਉਸ ਤੋਂ ਬਾਅਦ ਫਿਰ ਜਦੋਂ ਸਾਰੀਆਂ ਕਹਾਣੀਆਂ ਟਾਈਪ ਹੋਈਆਂ ਤਾਂ ਇਹਨੂੰ ਫਿਰ ਕੰਪਿਊਟਰ ਵਿੱਚ ਦੁਬਾਰਾ ਟਾਈਪ ਕਰਨਾ ਪੈਂਦਾ, ਕਿਉਂਕਿ ਫੌਂਟ ਦਾ ਔਰ ਇੱਕ ਕੋਡ ਹੁੰਦਾ ਹੈ, ਉਹ ਸਾਰਾ ਚੇਂਜ ਹੋ ਜਾਂਦਾ ਹੈ। ਉਹਦੇ ਨਾਲ ਫਿਰ ਕਾਫੀ ਮੁਸ਼ਕਲ ਆਉਂਦੀਆਂ ਹੈ। ਇਹ ਫਿਰ ਕੰਮ ਸਾਰਾ ਉਹਨਾਂ ਭਾਜੀ ਉਹਨਾਂ ਨੇ ਕੀਤਾ, ਮਿਹਨਤ ਕਾਫੀ ਕੀਤੀ। ਸੋ ਫਿਰ ਸਭ ਤੋਂ ਵੱਡਾ ਜੋ ਹੁੰਦਾ ਹੈ ਕਿ ਬੁੱਕ ਦਾ ਖਰਚਾ ਬਹੁਤ ਆ ਜਾਂਦਾ ਹੈ, ਕਈ ਹਜ਼ਾਰਾਂ ਵਿੱਚ ਆ ਜਾਂਦਾ ਹੈ। ਸੋ ਮੈਂ ਤਾਂ ਅਫੋਰਡ ਕਰਨ ਦੇ ਨਹੀਂ ਸੀ ਕਾਬਲ। ਸੋ ਇੱਕ ਭਾਜੀ ਨੇ ਆਪਣਾ USA ਤੋਂ, ਅਮਨਦੀਪ ਸਿੰਘ ਮੁਲਤਾਨੀ, ਉਹਨਾਂ ਨੇ ਬਹੁਤ ਖਰਚੇ ਵਿੱਚ ਵੱਡਾ ਯੋਗਦਾਨ ਪਾਇਆ। ਅਤੇ ਸੋ ਇਹਨਾਂ ਮੇਰੇ ਦੋਵਾਂ ਮਿੱਤਰਾਂ ਦੇ ਯੋਗਦਾਨ ਸਦਕਾ ਹੀ ਮਹਾਰਾਣੀ ਮਾਂ ਦਾ ਜੋ ਅਸੀਂ 1.5 ਸਾਲ ਪਹਿਲਾਂ ਸੁਪਨਾ ਵੇਖਿਆ ਸੀ, ਉਹ ਅੱਜ ਸਾਕਾਰ ਹੋ ਪਾਇਆ ਹੈ ਔਰ ਅੱਜ ਕਿਤਾਬ ਮਾਰਕੀਟ ਦੇ ਵਿੱਚ ਆ ਔਰ ਬਹੁਤ ਵਧੀਆ ਰਿਸਪੌਂਸ ਆ ਰਿਹਾ ਜੀ। ਤਾਂ ਮੈਂ ਇਹ ਜਾਣਨਾ ਚਾਹਾਂਗਾ ਕਿ ਮਹਾਰਾਣੀ ਮਾਂ ਦੇ ਜਿਹੜੀ ਤੁਸੀਂ ਬੁੱਕ ਲਾਂਚ ਕੀਤੀ ਹੈ, ਇਹਦੇ ਵਿੱਚ ਹੈ ਕੀ ਆ? ਹਾਂਜੀ ਜੀ, ਇਹ ਇੱਕ ਕਹਾਣੀਆਂ ਦੀ ਕਿਤਾਬ ਆ ਔਰ ਜੇ ਕਹਾਣੀਆਂ ਦੀ ਗੱਲ ਕਰੀਏ ਤਾਂ ਹਰ ਸਮਾਜਿਕ ਵਿਸ਼ੇ ਦੀ ਕਹਾਣੀ ਇਸ ਵਿੱਚ ਬੁੱਕ ਵਿੱਚ ਤੁਹਾਨੂੰ ਮਿਲੂਗੀ। ਚਾਹੇ ਉਹ ਕੋਈ ਵੀ ਕੁਰੀਤੀ ਹੋਵੇ, ਦਾਜ ਪ੍ਰਥਾ ਦੀ ਆ, ਔਰ ਜਿਵੇਂ ਸੁਸਾਈਡ ਕਰਦੇ ਆ ਲੋਕ, ਜਿਵੇਂ ਜ਼ਿੰਦਗੀ ਤੋਂ ਹਾਰ ਮੰਨ ਲੈਂਦੇ ਆ, ਜਾਂ ਕਹਿ ਲਓ ਕਿ ਮਤਲਬ ਕਿ ਤੇਜ਼ਾਬੀ ਹਮਲੇ ਹੁੰਦੇ ਆ। ਸੋ ਹਰ ਕੁਰੀਤੀ ਦੇ ਇਸ ਬੁੱਕ ਵਿੱਚ ਕਹਾਣੀਆਂ ਹੈ। ਔਰ ਜੋ ਸਾਡੇ ਨੌਜਵਾਨ ਹੁੰਦੇ ਆ ਕਿ ਰੋਮਾਂਟਿਕ ਪੜ੍ਹਨਾ ਪਸੰਦ ਕਰਦੇ ਆ, ਸੋ ਇਹਦੇ ਵਿੱਚ ਰੋਮਾਂਟਿਕ ਸਟੋਰੀਆਂ ਵੀ ਹੈਗੀਆਂ ਨੇ। ਸੋ ਕੋਸ਼ਿਸ਼ ਕੀਤੀ ਆ ਕਿ ਹਰ ਵਿਸ਼ੇ 'ਤੇ ਅਸੀਂ ਕਿਤਾਬ ਦੇ ਵਿੱਚ ਕਹਾਣੀ ਪਾਈ ਆ ਔਰ ਇਸ ਨੂੰ ਇੱਕ ਮਤਲਬ ਕਿ ਹਰ ਤਰ੍ਹਾਂ ਨਾਲ ਮਤਲਬ ਕਿ ਕੰਪਲੀਟ ਬੁੱਕ ਕਿਹਾ ਜਾ ਸਕਦਾ ਹੈ। ਭਾਜੀ ਤੁਸੀਂ ਨਾਮ ਰੱਖਿਆ ਮਹਾਰਾਣੀ ਮਾਂ ਕਿਉਂਕਿ ਤੁਹਾਡੇ ਮਾਤਾ ਜੀ ਨੇ ਤੁਹਾਨੂੰ ਇੱਥੋਂ ਤੱਕ ਲਿਆਂਦਾ, ਤੁਹਾਡਾ ਪਾਲਣ ਪੋਸ਼ਣ ਕਰ ਰਹੇ ਨੇ। ਤੁਹਾਨੂੰ ਜੋ ਰੋਜ਼ਾਨਾ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਆ, ਖਾਣਾ ਪੀਣ ਤੋਂ ਲੈ ਕੇ ਹੋਰ ਵੀ ਜਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ, ਤੁਹਾਡੇ ਮਾਤਾ ਜੀ ਪੂਰੀਆਂ ਕਰਦੇ ਨੇ। ਮੈਂ ਜਾਣਨਾ ਚਾਹਾਂਗਾ ਕਿ ਆਪਣੀ ਮਾਂ ਨੂੰ ਲੈ ਕੇ ਤੁਸੀਂ ਇਸ ਕਿਤਾਬ ਦੇ ਵਿੱਚ ਕੀ ਲਿਖਿਆ ਔਰ ਜੋ ਤੁਹਾਡੀਆਂ ਫੀਲਿੰਗਸ ਨੇ ਉਹਨਾਂ ਨੂੰ ਲੈ ਕੇ ਤੁਸੀਂ ਕੀ ਲਿਖਿਆ ਇਹਦੇ ਵਿੱਚ? ਹਾਂਜੀ ਬਿਲਕੁਲ ਜੀ, ਪਰਿਵਾਰ ਦਾ ਸਪੋਰਟ ਹੋਣਾ ਬਹੁਤ ਜ਼ਰੂਰੀ ਆ, ਕਿਉਂਕਿ ਬਿਨਾਂ ਪਰਿਵਾਰ ਦੇ ਸਪੋਰਟ ਤੋਂ ਕੋਈ ਵੀ ਕੁਛ ਵੀ ਨਹੀਂ ਕਰ ਸਕਦਾ ਸੀ। ਔਰ ਜਿਵੇਂ ਮੇਰੀ ਹਾਲਤ ਸੀ, ਸੋ ਮੇਰੇ ਕੋਲ, ਜੇ ਮੈਂ ਇੱਕ ਜ਼ਰੂਰ ਕਹਿਣਾ ਚਾਹੂੰਗਾ ਕਿ ਮੇਰੇ ਪਰਿਵਾਰ ਦਾ ਸਪੋਰਟ ਨਾ ਹੁੰਦਾ
ਜੇ ਮੇਰੇ ਪਰਿਵਾਰ ਦਾ ਸਾਥ ਨਾ ਹੁੰਦਾ, ਪਿਆਰ ਨਾ ਹੁੰਦਾ, ਤੇ ਅੱਜ ਰਾਜਾ ਹੰਸਪਾਲ ਵੀ ਨਾ ਹੁੰਦਾ। ਸੋ ਪਰਿਵਾਰ ਦਾ ਸਪੋਰਟ ਬਹੁਤ ਮਿਲਿਆ ਮੈਨੂੰ, ਹਰ ਡਿਮਾਂਡ ਮੇਰੀ ਪੂਰੀ ਕੀਤੀ ਗਈ ਆ, ਮੈਨੂੰ ਹਰ ਤਰ੍ਹਾਂ ਨਾਲ ਖੁਸ਼ ਰੱਖਿਆ ਗਿਆ ਆ, ਤੇ ਇੰਨਾ ਪਿਆਰ ਦਿੱਤਾ ਗਿਆ ਹੈ ਕਿ ਤਾਂ ਹੀ ਮੈਂ ਇਹਨਾਂ ਚੀਜ਼ਾਂ ਵਿੱਚ ਲਿਖ ਸਕਿਆ। ਔਰ ਜੇ ਗੱਲ ਕਰਾਂ ਮੈਂ ਮਹਾਰਾਣੀ ਮਾਂ ਟਾਈਟਲ ਦੀ, ਤਾਂ ਮੇਰਾ ਬਚਪਨ ਵਿੱਚ ਜਿਵੇਂ ਮੈਂ ਸ਼ੌਂਕ ਸੀ ਕਿ ਮੇਰੀ ਇਹੀ ਸੋਚ ਸੀ ਜਦੋਂ ਦੀ ਮੈਂ ਮਤਲਬ ਕਿ ਹੋਸ਼ ਸੰਭਾਲੀ, ਕਿ ਮੈਂ ਆਪਣੇ ਮਾਂ ਪਿਓ ਨੂੰ ਹਰ ਖੁਸ਼ੀ ਦੇਣੀ ਆ, ਹਰ ਤਰ੍ਹਾਂ ਨਾਲ ਉਹਨਾਂ ਨੂੰ ਸੁੱਖ ਦੇਣ ਦੀ ਕੋਸ਼ਿਸ਼ ਕਰੂੰਗਾ ਵੱਡਾ ਹੋ ਕੇ। ਪਰ ਜਦੋਂ ਫਿਰ ਵੱਡਾ ਹੋ ਕੇ ਆਹ ਹਾਲਾਤ ਹੋ ਗਏ ਕਿ ਮੈਂ ਮਤਲਬ ਕਿ ਚੱਲਣ ਫਿਰਨ ਤੋਂ ਤਾਂ ਬਿਲਕੁਲ ਅਸਮਰੱਥ ਹੋ ਗਿਆ, ਅਤੇ ਬੈਠਣ ਤੋਂ ਵੀ ਅਸਮਰੱਥ ਹੋ ਗਿਆ। ਅਤੇ ਜਦੋਂ ਹੁਣ ਲਾਸਟ 6 ਮਹੀਨੇ ਤੋਂ ਮੈਂ ਬੈੱਡ 'ਤੇ ਆ ਗਿਆ, ਤਾਂ ਫਿਰ ਮੈਨੂੰ ਉਦੋਂ ਮੇਰੇ ਇਹ ਜ਼ਿਹਨ ਵਿੱਚ ਆਇਆ ਕਿ ਮਤਲਬ ਕਿ ਮੈਨੂੰ ਇਹ ਸਟੋਰੀ ਮੇਰੇ ਜ਼ਿਹਨ ਵਿੱਚ ਆਈ ਮਹਾਰਾਣੀ ਮਾਂ, ਕਿ ਮੈਂ ਆਪਣਾ ਸਾਰਾ ਉਹਦੇ ਵਿੱਚ ਦੱਸਿਆ ਹੈ ਕਿ ਮੈਂ ਕੀ ਕਰਨਾ ਚਾਹੁੰਦਾ ਸੀ ਆਪਣੇ ਮਾਂ ਪਿਓ ਲਈ, ਅਤੇ ਜੋ ਮੈਂ ਨਹੀਂ ਕਰ ਪਾਇਆ। ਮਤਲਬ ਕਿ ਉਹ ਸਾਰਾ ਇਸ ਵਿੱਚ ਦਰਦ ਔਰ ਫੀਲਿੰਗਸ ਬਿਆਨ ਕੀਤੀਆਂ ਗਈਆਂ। ਤਾਂ ਭਾਜੀ ਜਦ ਛੋਟੀ ਉਮਰ ਸੀ ਤੁਹਾਡੀ, ਆ ਮੁਸ਼ਕਲ ਆ ਜਾਂਦੀ ਹੈ, ਫਿਰ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਰੀ ਜ਼ਿੰਦਗੀ ਦੇ ਵਿੱਚ ਹੁਣ ਤੱਕ ਸਾਹਮਣਾ ਕਰਨਾ ਪਿਆ? ਹਾਂਜੀ, ਜੇ ਮੈਂ ਬਚਪਨ ਦੀ ਗੱਲ ਕਰਾਂ ਤਾਂ ਬਚਪਨ ਵਿੱਚ ਮੈਨੂੰ ਕੋਈ ਖਾਸ ਮੁਸ਼ਕਲ ਨਹੀਂ ਆਈ, ਕਿਉਂਕਿ ਇਹ ਪੋਲੀਓ ਹੋ ਗਿਆ ਸੀ, ਪਰ ਇਹ ਸੀ ਕਿ ਮੈਂ ਲੰਗੜਾ ਕੇ ਤੁਰ ਲੈਂਦਾ ਹੁੰਦਾ ਸੀ, ਔਰ ਤੁਰ ਕੇ ਮੈਂ ਸਕੂਲ ਜਾਣਾ, ਆਪਣਾ ਸਾਰਾ ਸਰੀਰ ਸੰਭਾਲ ਲੈਣਾ, ਆਪਣੇ ਸਾਰੇ ਕੰਮ ਆਪ ਕਰ ਲੈਂਦਾ ਹੁੰਦਾ ਸੀ। ਪਰ ਮੁਸ਼ਕਲਾਂ ਦਾ ਦੌਰ ਫਿਰ 8ਵੀਂ ਜਮਾਤ ਵਿੱਚ ਉਦੋਂ ਸ਼ੁਰੂ ਹੋਇਆ ਜਦੋਂ ਮੈਂ ਇੱਕ ਦੁਰਘਟਨਾ ਵਿੱਚ ਸਾਈਕਲ ਤੋਂ ਡਿੱਗ ਪਿਆ, ਅਤੇ ਉਹ ਡਿੱਗਣ ਕਰਕੇ ਫਿਰ ਮੇਰੇ ਲੱਤ 'ਤੇ ਫ੍ਰੈਕਚਰ ਹੋ ਗਿਆ, ਅਤੇ ਜਿਹੜੀ ਲੱਤ 'ਤੇ ਜ਼ਿਆਦਾ ਚੱਲਦੀ ਸੀ ਮੇਰੀ, ਉਸੇ ਲੱਤ 'ਤੇ ਫ੍ਰੈਕਚਰ ਹੋ ਗਿਆ, ਅਤੇ ਉਹ ਤੋਂ ਬਾਅਦ ਫਿਰ ਮੈਂ ਉੱਠ ਨਹੀਂ ਸਕਿਆ, ਮਤਲਬ ਕਿ ਖੜ੍ਹਾ ਨਹੀਂ ਹੋ ਪਾਇਆ। ਸੋ ਮੁਸ਼ਕਲਾਂ ਦਾ ਦੌਰ ਫਿਰ ਉਦੋਂ ਸ਼ੁਰੂ ਹੋਇਆ, ਕਿਉਂਕਿ ਬੈਠਣ ਨਾਲ ਫਿਰ ਮੇਰੀ ਰੀੜ੍ਹ ਦੀ ਹੱਡੀ ਵੀ ਵਿੰਗੀ ਹੁੰਦੀ ਗਈ, ਅਤੇ ਉਹਦੇ ਨਾਲ ਫਿਰ ਬਹੁਤ ਹੀ ਮੁਸ਼ਕਲਾਂ ਦਾ ਮੈਨੂੰ ਸਾਹਮਣਾ ਕਰਨਾ ਪਿਆ, ਕਿਉਂਕਿ ਸਰੀਰ ਦੇ ਨਾਲ ਨਿੱਤ ਦੀ ਲੜਾਈ ਲੜਨੀ ਪਈ। ਤਾਂ ਕਾਫੀ ਜ਼ਿੰਦਗੀ ਤੋਂ ਨਿਰਾਸ਼ ਵੀ ਹੋ ਜਾਂਦਾ ਸੀ, ਪਰ ਪਰਿਵਾਰ ਦਾ ਸਾਥ ਹੋਣ ਕਰਕੇ ਅਤੇ ਪਿਆਰ ਹੋਣ ਕਰਕੇ ਮੈਂ ਇਸ ਚੀਜ਼ ਨੂੰ ਹੌਂਸਲੇ ਨਾਲ ਫੇਸ ਕਰਦਾ ਰਿਹਾ। ਤਾਂ ਭਾਜੀ ਫਿਰ ਜਿਹੜੇ ਸਕੂਲ ਦੇ ਵਿੱਚ ਪੜ੍ਹਦੇ ਸੀ, ਉਹ ਟੀਚਰਾਂ ਨੇ ਕਦੀ ਤੁਹਾਡਾ ਆਣ ਕੇ ਹਾਲ ਚਾਲ ਪੁੱਛਿਆ ਹੋਵੇ, ਤੁਹਾਡੇ ਨਾਲ ਗੱਲਬਾਤ ਕੀਤੀ ਹੋਵੇ ਕਿ ਤੁਸੀਂ ਵਧੀਆ ਕਵਿਤਾਵਾਂ ਲਿਖਦੇ ਹੋ, ਤੁਹਾਨੂੰ ਐਪਰੀਸ਼ੀਏਟ ਕੀਤਾ ਹੋਵੇ? ਹਾਂਜੀ, ਜਦੋਂ ਚਲੋ ਸਕੂਲ ਤਾਂ ਮੈਂ ਕਿਉਂਕਿ 8ਵੀਂ ਤੱਕ ਹੀ ਗਿਆ ਹੈ, ਉਹ ਤੋਂ ਬਾਅਦ ਮੈਂ ਪ੍ਰਾਈਵੇਟ ਹੀ ਪੜ੍ਹਿਆ ਹੈ। ਪਰ ਹਾਂ, ਮਤਲਬ ਕਿ ਹਰ ਤਰ੍ਹਾਂ ਨਾਲ ਜਿਵੇਂ ਯਾਰ ਦੋਸਤ ਹੀ ਸਕੂਲ ਦੇ ਟਾਈਮ ਹੀ ਸੀ, ਉਹ ਅੱਜ ਤੱਕ ਵੀ ਮੈਨੂੰ ਮਿਲਣ ਆਉਂਦੇ ਆ, ਮੇਰੇ ਨਾਲ ਹੱਸਦੇ ਖੇਡਦੇ ਆ, ਔਰ ਇਹ ਉਹਨਾਂ ਦੇ ਸ਼ਬਦ ਆ ਕਿ ਜਦੋਂ ਆਪਾਂ ਤੇਰੇ ਕੋਲ ਆਉਂਦੇ ਆ ਅਤੇ ਮਤਲਬ ਕਿ ਸਾਡਾ ਬੜਾ ਹੌਂਸਲਾ ਵੱਧਦਾ ਹੈ। ਕਿ ਮੈਂ ਕਿਉਂਕਿ ਮੇਰੀ ਆਦਤ ਆ ਕਿ ਮੈਂ ਕਦੀ ਵੀ ਆਪਣੇ ਦੁੱਖ ਨੂੰ ਰੋਇਆ ਨਹੀਂ, ਜਾਂ ਕਿਸੇ ਦੇ ਅੱਗੇ ਆਪਣਾ ਦੁੱਖ ਨਹੀਂ ਰੱਖਿਆ। ਸੋ ਮੇਰਾ ਇਹੀ ਸੀ ਕਿ ਜਿਹੜਾ ਮੇਰੇ ਕੋਲ ਕੋਈ ਆਵੇ, ਮੈਂ ਆਪ ਵੀ ਖੁਸ਼ ਰਹਾਂ ਅਤੇ ਦੂਜਿਆਂ ਨੂੰ ਵੀ ਖੁਸ਼ੀਆਂ ਹੀ ਵੰਡਾਂ, ਕਿਉਂਕਿ ਜਦੋਂ ਓਪਸ਼ਨਾਂ ਨਹੀਂ ਨਾ ਹੁੰਦੀਆਂ, ਅਤੇ ਫਿਰ ਮੈਂ ਇਹੀ ਸੋਚਿਆ ਕਿ ਜੇ ਇਹੀ ਸੱਚ ਆ ਅਤੇ ਇਹ ਸੱਚ ਨੂੰ ਸਵੀਕਾਰ ਕੀਤਾ, ਫਿਰ ਇਹੀ ਫੈਸਲਾ ਕੀਤਾ ਕਿ ਨਹੀਂ, ਰੋ ਕੇ ਜ਼ਿੰਦਗੀ ਨਹੀਂ ਕੱਟਣੀ, ਆਪਾਂ ਖੁਸ਼ ਰਹਿ ਕੇ ਜ਼ਿੰਦਗੀ ਕੱਟਣੀ ਆ, ਬਾਕੀ ਜੋ ਵਾਹਿਗੁਰੂ ਦੀ ਰਜ਼ਾ ਹੈ ਉਹਦੀ ਰਜ਼ਾ 'ਚ ਰਹਿਣਾ ਹੈ। ਤਾਂ ਭਾਜੀ ਕਿਹੜਾ ਰਾਈਟਰ ਕਿਹੜੇ ਨੂੰ ਜ਼ਿਆਦਾ ਤੁਸੀਂ ਜਿਹੜਾ ਪੜ੍ਹਨਾ ਪਸੰਦ ਕਰਦੇ ਹੋ? ਜੀ ਰਾਈਟਰ ਸਾਰੇ ਪੜ੍ਹੇ ਹੋਏ ਆ ਜੀ, ਚਾਹੇ ਉਹ ਵਾਰਿਸ ਸ਼ਾਹ ਹੋਵੇ, ਬੁੱਲੇ ਸ਼ਾਹ ਹੋਵੇ, ਪੀਲੂ ਹੋਣ, ਕਾਫੀ ਰਾਈਟਰਾਂ ਨੂੰ ਬਲਕਿ ਮੈਂ ਪੜ੍ਹਦਾ ਵੀ ਰਿਹਾ ਪਹਿਲੋਂ, ਤਾਂ ਫਿਰ ਹੁਣ ਵੀ ਜਿਵੇਂ ਗੁਲਜ਼ਾਰ ਸਾਹਿਬ ਨੇ। ਸੋ ਇਹਨਾਂ ਰਾਈਟਰਾਂ ਨੂੰ ਮੈਂ ਕਾਫੀ ਪੜ੍ਹਿਆ। ਜ਼ਿਆਦਾ ਪਸੰਦ ਕੌਣ ਨੇ ਤੁਹਾਨੂੰ? ਜ਼ਿਆਦਾ ਪਸੰਦ ਜੇ ਗੱਲ ਕੀਤੀ ਜਾਵੇ ਤਾਂ ਗੁਲਜ਼ਾਰ ਸਾਹਿਬ ਨੇ, ਕਿਉਂਕਿ ਬਹੁਤ ਵਧੀਆ ਗੀਤ ਲਿਖਦੇ ਨੇ ਉਹ ਜੀ। ਤਾਂ ਜਿਵੇਂ ਤੁਸੀਂ ਦੱਸਿਆ ਸੀ ਕਿ ਤੁਸੀਂ ਗੀਤ ਵੀ ਲਿਖਦੇ ਹੋ, ਕਿਹੜੇ ਗੀਤ ਲਿਖੇ ਹੁਣ ਤੱਕ, ਔਰ ਕਿਹੜੇ ਕਿਹੜੇ ਸਿੰਗਰ ਨੇ ਜਿਨ੍ਹਾਂ ਨੇ ਤੁਹਾਡੇ ਗੀਤ ਉਹ ਬੋਲੇ ਨੇ? ਸੋ 2 ਲਾਈਨਾਂ ਵੀ ਜ਼ਰੂਰ ਸੁਣਾਇਓ। ਹਾਂਜੀ, ਗੀਤ ਵੀ ਮੈਂ ਲਿਖਦਾ ਰਿਹਾ, ਔਰ ਹਰ ਟੋਪਿਕ 'ਤੇ ਲਿਖਦਾ ਰਿਹਾ, ਚਾਹੇ ਸੈਡ ਹੋਵੇ, ਚਾਹੇ ਰੋਮਾਂਟਿਕ ਹੋਵੇ, ਚਾਹੇ ਕੋਈ ਹੋਰ ਟੋਪਿਕ ਹੋਵੇ, ਬੀਟ ਟੋਪਿਕ ਹੋਵੇ। ਸੋ ਮੈਂ ਜ਼ਿਆਦਾ ਸਿੰਗਰਾਂ ਨੇ ਅਤੇ ਗੀਤ ਨਹੀਂ ਦੇਖ ਸਕਿਆ, ਮੈਂ ਇਸ ਫੀਲਡ ਵਿੱਚ ਜ਼ਿਆਦਾ ਕੁਛ ਨਹੀਂ ਕਰ ਸਕਿਆ, ਕਿਉਂਕਿ ਬਾਹਰ ਜਾਣਾ ਪੈਂਦਾ ਸੀ, ਸਿੰਗਰਾਂ ਨਾਲ ਮਿਲਣਾ ਜੁਲਣਾ ਪੈਂਦਾ ਸੀ, ਅਤੇ ਉਹ ਸਭ ਮੇਰੇ ਕੋਲ ਨਹੀਂ ਕਰ ਸਕਿਆ ਸਰੀਰਕ ਹਾਲਤ ਹੋਣ ਕਰਕੇ ਇਸ ਤਰ੍ਹਾਂ ਦੀ, ਅਤੇ ਸਿੰਗਰ ਵੀ ਘਰ ਨਹੀਂ ਸੀ ਆਉਂਦੇ। ਸੋ ਇਸ ਫੀਲਡ 'ਚ ਮੈਨੂੰ ਜ਼ਿਆਦਾ ਨਹੀਂ ਫਿਰ ਗੀਤਾਂ ਵੱਲ ਜ਼ਿਆਦਾ ਨਹੀਂ ਕਰੇਜ਼ ਮਿਲਿਆ, ਅਤੇ ਪਰ ਫਿਰ ਵੀ ਆਪਣੀ ਹਿੰਮਤ ਨਾਲ, ਆਪਣੇ ਹੌਸਲੇ ਨਾਲ 1-2 ਗੀਤ ਕੀਤੇ ਵੀ। ਇੱਕ ਜਿਵੇਂ ਕ੍ਰਿਮੀਨਲ ਸੌਂਗ ਕੀਤਾ ਯੂਕੇ ਦੇ ਮੁੰਡੇ ਨੇ, ਸਿਮਜ ਸਿੰਘ ਨੇ, ਅਤੇ ਇੱਕ ਗੀਤ ਇੱਥੇ ਰਣਜੀਤ ਜੋਹਲ ਮੁੰਡੇ ਨੇ ਕੀਤਾ, ਮੇਰਾ ਸਿੰਗਰ ਨੇ, ਅਤੇ ਉਹ ਗੀਤ ਮੈਂ ਲਿਖੇ, ਉਹਨਾਂ ਨੂੰ ਕੰਪੋਜ਼ ਕੀਤਾ,
ਉਹਨਾਂ ਦੀ ਵੀਡੀਓ ਸ਼ੂਟ ਕੀਤੀ ਸਾਰਾ ਕੁਝ ਇਸ ਤਰ੍ਹਾਂ। ਤੇ ਉਹ ਗੈਂਗ Song ਆ ਔਰ ਉਹਦੇ ਬੋਲ ਹੈਗੇ ਆ, ਗੈਂਗ ਦਾ ਮੈਂ ਆਪਣੇ ਲੀਡਰ ਨਹੀਂ ਰੱਖਦਾ ਕੋਲ ਮੈਂ ਫੁੱਲ ਅਸਲਾ, ਇੱਕ ਦੇ ਜ਼ੋਰ ਨਾਲ ਹੱਲ ਕਰਦਾ ਨਹੀਂ ਹਰ ਇੱਕ ਮਸਲਾ, ਸਾਰਾ ਜੱਗ ਜਾਣਦਾ ਮੇਰੇ ਜ਼ੋਰ ਨੂੰ, ਸ਼ੇਰਾਂ ਵਰਗੀ ਆ ਸੀਨੇ 'ਚ ਦਲੇਰੀ, ਕੰਬਦੇ ਨੇ ਵੈਰੀ ਮੇਰੀ ਦਹਿਸ਼ਤ ਤੋਂ, ਤੇਰੇ ਅੱਗੇ ਪੇਸ਼ ਕੋਈ ਚੱਲਦੀ ਨਾ ਮੇਰੀ। ਸੋ ਇਹ ਗੀਤ ਸੀ ਜੋ ਆਪਾਂ ਗੈਂਗਵਾਦ ਦੇ ਖਿਲਾਫ ਲਿਖਿਆ ਸੀ ਕਿ ਗੈਂਗਵਾਦ ਬੰਦ ਹੋਣਾ ਚਾਹੀਦਾ ਹੈ। ਆਪਾਂ ਵੀਡੀਓ ਦੇ ਵਿੱਚ ਇੱਕ ਮੈਸੇਜ ਦਿੱਤਾ ਸੀ ਇਸ ਗੀਤ ਦੇ ਥਰੂ। ਤਾਂ ਭਾਜੀ ਜੇਕਰ ਗੱਲ ਕੀਤੀ ਜਾਵੇ ਹੁਣ ਤੁਹਾਡੀ ਉਮਰ ਜਿਹੜੀ ਆ, ਜੇਕਰ ਤੁਸੀਂ ਠੀਕ ਹੁੰਦੇ ਤਾਂ ਅੱਜ ਤੁਹਾਡਾ ਵਿਆਹ ਹੋ ਚੁੱਕਾ ਹੋਣਾ ਸੀ, ਕਿਵੇਂ ਸੋਚਦੇ ਹੋ ਇਸ ਚੀਜ਼ ਨੂੰ? ਹਾਂਜੀ, ਇਹਨਾਂ ਚੀਜ਼ਾਂ ਦਾ ਦੇਖੋ, ਜੇ ਮੈਂ ਕਹੂੰਗਾ ਕਿ ਦੁੱਖ ਨਹੀਂ ਹੁੰਦਾ ਤਾਂ ਉਹ ਸਰਾਸਰ ਗਲਤ ਹੋਊਗਾ। ਦੁੱਖ ਤਾਂ ਬਹੁਤ ਹੁੰਦਾ ਹੈ ਕਿ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਮੈਂ ਅੱਗੇ ਇੱਕ ਜਿੰਦਾ ਦਿਲ ਇਨਸਾਨ ਆ ਅਤੇ ਜ਼ਿੰਦਗੀ ਦਾ ਭਰਪੂਰ ਆਨੰਦ ਲੈਣਾ ਚਾਹੁੰਦਾ ਸੀ, ਕਿਉਂਕਿ ਬਹੁਤ ਹੀ ਜਿਵੇਂ ਗੁਰਬਾਣੀ 'ਚ ਵੀ ਦੱਸਿਆ ਹੈ ਕਿ ਇਹ ਜਿਹੜਾ ਸਰੀਰ ਆ ਇਹ ਬਹੁਤ ਦੁਰਲੱਭ ਮਿਲਦਾ ਵਾ, ਬਹੁਤ ਕਠਿਨਤਾ ਨਾਲ ਮਿਲਦਾ ਹੈ। ਸੋ ਇਸ ਜ਼ਿੰਦਗੀ ਦਾ ਪੂਰਾ ਲੁਤਫ ਲੈਣਾ ਚਾਹੁੰਦਾ ਸੀ, ਪਰ ਇਸ ਤਰ੍ਹਾਂ ਦੀ ਹਾਲਤ ਵਿੱਚ ਹੋਣ ਕਰਕੇ ਉਹ ਸਾਰੇ ਖੁਆਬ ਮੇਰੇ ਅਧੂਰੇ ਰਹਿ ਗਏ ਜੋ ਮੈਂ ਜੀਣਾ ਚਾਹੁੰਦਾ ਸੀ। ਤਾਂ ਭਾਜੀ ਫਿਰ ਕਦੀ ਪਰਮਾਤਮਾ ਨਾਲ ਬੈਠ ਕੇ ਵੀ ਗਿਲਾ ਸ਼ਿਕਵਾ ਕਰਦੇ ਹੋ ਫਿਰ? ਹਾਂਜੀ, ਗਿਲੇ ਸ਼ਿਕਵੇ ਤਾਂ ਵੇਖੋ ਜੀ ਫਿਰ ਹੁੰਦੇ ਹੀ ਆ, ਅਤੇ ਪਰ ਫਿਰ ਕਿਤੇ ਨਾ ਕਿਤੇ ਸ਼ੁਕਰਾਨਾ ਵੀ ਹੁੰਦਾ ਹੈ ਕਿ ਠੀਕ ਹੈ ਜੇ ਤੂੰ ਮੈਨੂੰ ਇੱਦਾਂ ਦਾ ਰੱਖਿਆ ਪਰਮਾਤਮਾ, ਪਰ ਤੂੰ ਫਿਰ ਮੈਨੂੰ ਆਪਣੇ ਰੂਪ ਵਿੱਚ ਆਪ ਆ ਕੇ ਇੱਕ ਪਰਿਵਾਰ ਦਿੱਤਾ। ਮੇਰੇ ਭਰਾ ਬਹੁਤ ਸਾਥ ਦਿੰਦੇ ਨੇ, ਮੇਰਾ ਪਰਿਵਾਰ ਪੂਰਾ ਮੇਰਾ ਸਪੋਰਟ ਕਰਦਾ ਹੈ, ਬਾਕੀ ਮੇਰੇ ਯਾਰ ਦੋਸਤ ਜੋ ਮੇਰੇ ਰਿਸ਼ਤੇਦਾਰ ਸਭ ਬਹੁਤ ਵਧੀਆ ਨੇ, ਸਾਰੇ ਮੈਨੂੰ ਹੱਲਾਸ਼ੇਰੀ ਦਿੰਦੇ ਨੇ, ਉਤਸ਼ਾਹਿਤ ਕਰਦੇ ਨੇ। ਮੈਂ ਚਾਹੇ ਛੋਟਾ ਕੰਮ ਕੀਤਾ, ਮੈਂ ਵੱਡਾ ਕੰਮ ਕੀਤਾ, ਥੋੜ੍ਹਾ ਲਿਖਿਆ ਬਹੁਤਾ ਲਿਖਿਆ, ਬਹੁਤ ਹੀ ਸਰਾਹਨਾ ਹੋਈ ਉਹਦੀ। ਸੋ ਇਹਨਾਂ ਚੀਜ਼ਾਂ ਕਰਕੇ ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਵੀ ਹਾਂ ਕਿ ਠੀਕ ਹੈ ਜੀ, ਉਹਨੇ ਇੱਕ ਪੱਖੋਂ ਮੈਨੂੰ ਕਮੀ ਰੱਖੀ ਅਤੇ ਦੂਜੇ ਪੱਖੋਂ ਉਹਨੇ ਮੈਨੂੰ ਖੁੱਲ੍ਹ ਕੇ ਦਿੱਤਾ। ਭਾਈ ਬਾਹਰ ਘੁੰਮਣ ਫਿਰਨ ਦੇ ਵੀ ਦਿਲ ਕਰਦਾ ਰੋਜ਼ਾਨਾ? ਹਾਂਜੀ ਬਿਲਕੁਲ ਜੀ, ਵੇਖੋ ਬਾਹਰ ਘੁੰਮਣ ਫਿਰਨ ਦਾ ਤਾਂ ਬਹੁਤ ਦਿਲ ਕਰਦਾ ਹੈ, ਕਿਉਂਕਿ 24 ਗਜ ਦੇ ਇੱਕ ਦਾਇਰੇ ਵਿੱਚ ਹੀ ਰਹਿਣਾ ਪੈਂਦਾ ਹੈ, ਅਤੇ ਇਸ ਦਾਇਰੇ ਵਿੱਚ ਰਹਿ ਕੇ ਕਈ ਵਾਰ ਮਨ ਵੀ ਬਹੁਤ ਅੱਕ ਜਾਂਦਾ ਹੈ। ਤਾਂ ਜਿਵੇਂ ਮੈਨੂੰ ਕਾਰ ਡਰਾਈਵ ਕਰਨ ਦਾ ਬਹੁਤ ਸ਼ੌਂਕ ਸੀ, ਸੋ ਇਹਨਾਂ ਚੀਜ਼ਾਂ ਨੂੰ ਬਹੁਤ ਮੈਂ ਮਿਸ ਕਰਦਾ ਹੈ, ਔਰ ਯਾਰਾਂ ਦੋਸਤਾਂ ਨਾਲ ਘੁੰਮਣਾ ਵੀ ਚਾਹੁੰਦਾ ਹੈ, ਪਰਿਵਾਰ ਨਾਲ ਘੁੰਮਣਾ ਚਾਹੁੰਦਾ ਹੈ, ਪਰ ਉਹ ਚੀਜ਼ਾਂ ਨਹੀਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਦੁੱਖ ਹੁੰਦਾ ਹੈ। ਕੀ ਮੈਸੇਜ ਦੇਣਾ ਚਾਹੁੰਦੇ ਹੋ ਨੌਜਵਾਨਾਂ ਨੂੰ ਜਿਹੜੇ ਜਲਦੀ ਹੌਸਲਾ ਦਿੰਦੇ? ਹਾਂਜੀ, ਮੈਂ ਉਹਨਾਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਵੀਰਿਓ ਜ਼ਿੰਦਗੀ ਬਹੁਤ ਅਨਮੋਲ ਆ, ਇਹ ਜਿਹਦੇ ਕੋਲ ਨਹੀਂ ਕੋਈ ਬੰਦਾ ਜੀ ਸਕਦਾ ਜ਼ਿੰਦਗੀ ਨੂੰ, ਉਹਦੇ ਕੋਲ ਪੁੱਛ ਕੇ ਵੇਖੋ ਜ਼ਿੰਦਗੀ ਦੀ ਅਹਿਮੀਅਤ, ਇਹਨੂੰ ਅਜਾਈ ਨਾ ਗਵਾਓ। ਅੱਜ ਕੱਲ੍ਹ ਹੁਣ ਜਿਵੇਂ ਵੇਖਿਆ ਜਾ ਰਿਹਾ ਹੈ, ਸੋਸ਼ਲ ਮੀਡੀਆ 'ਤੇ ਵੀ ਪੜ੍ਹਿਆ ਜਾ ਰਿਹਾ ਹੈ ਕਿ ਕਿੰਨਾ ਛੋਟੇ ਛੋਟੇ ਕਾਰਨਾਂ ਪਿੱਛੇ ਖੁਦਕੁਸ਼ੀਆਂ ਹੋ ਰਹੀਆਂ ਹੈ। ਇਹ ਬਹੁਤ ਹੀ ਗਲਤ ਆ, ਕਿਉਂਕਿ ਨੌਜਵਾਨ ਹੀ ਕਿਸੇ ਦੇਸ਼ ਦਾ ਭਵਿੱਖ ਹੁੰਦੇ ਨੇ, ਸਮਾਜ ਦਾ ਭਵਿੱਖ ਹੁੰਦੇ ਨੇ। ਸੋ ਇਹ ਹੁੱਲੜਬਾਜ਼ੀਆਂ ਨੂੰ, ਫੁਕਰ ਪੰਕਤੀਆਂ ਨੂੰ ਛੱਡ ਕੇ ਆਪਣੀ ਜ਼ਿੰਦਗੀ ਨੂੰ ਸਾਰਥਕ ਢੰਗ ਨਾਲ ਜੀਓ ਅਤੇ ਸਮਾਜ ਲਈ, ਦੇਸ਼ ਲਈ, ਕੌਮ ਲਈ, ਆਪਣੇ ਪਰਿਵਾਰ ਲਈ, ਆਪਣੇ ਖੁਦ ਲਈ ਜ਼ਰੂਰ ਕੁਝ ਨਾ ਕੁਝ ਕਰੋ। ਪਰਿਵਾਰ 'ਤੇ ਆਪਣਾ ਬੋਝ ਨਾ ਪਾਓ, ਆਪਣੀ ਜ਼ਿੰਮੇਵਾਰੀ ਆਪ ਚੁੱਕੋ, ਕਿਉਂਕਿ ਪਰਮਾਤਮਾ ਨੇ ਤੁਹਾਨੂੰ ਸਰੀਰ ਦਿੱਤਾ ਹੈ, ਸਮਝ ਦਿੱਤੀ ਆ, ਸੋ ਇਸ ਜ਼ਿੰਦਗੀ ਨੂੰ ਸਾਰਥਕ ਕਰੋ। ਸੋ ਰਾਜਾ ਜੀ ਦੇ ਫਾਦਰ ਸਾਹਿਬ ਮੌਜੂਦ ਆ, ਗੱਲਬਾਤ ਕਰਦੇ ਹਾਂ ਜੀ। ਅੰਕਲ ਜੀ ਕੀ ਕਹਿਣਾ ਚਾਹੁੰਦੇ ਹੋ? ਬੇਟੇ ਨੂੰ ਮੁਸ਼ਕਿਲ ਤਾਂ ਬੜੀ ਵੱਡੀ ਹੈ, ਪਰ ਕਾਬਲੀਅਤ ਵੀ ਬਹੁਤ ਜ਼ਿਆਦਾ ਹੈ। ਦੇਖੋ ਜੀ, ਅਸੀਂ ਇਸ ਗੱਲੋਂ ਖੁਸ਼ ਹਾਂ ਵੀ ਚਲੋ ਵਿਚਾਰੇ ਜੀ ਦਿਮਾਗ ਬਹੁਤ ਤੇਜ਼ ਆ, ਹਰ ਕੰਮ ਜਿਹੜਾ ਬਹੁਤ ਸਮਝ ਸੋਚ ਕੇ ਕਰਦਾ। ਬਾਕੀ ਦੁੱਖ ਵੀ ਬੜਾ ਆਉਂਦਾ ਵਾ ਕਿ ਜਵਾਨ ਪੁੱਤਰ ਆ, ਹੁਣ ਉਹਦਾ ਵਿਆਹ ਹੋਇਆ ਹੁੰਦਾ, ਬੱਚੇ ਉਹਦੇ ਹੁੰਦੇ ਹੱਸਦੇ ਖੇਡਦੇ, ਅਤੇ ਉਹ ਵੀ ਆਪਣੇ ਦਿਲ ਦੀ ਖੁਸ਼ੀ ਪੂਰੀ ਕਰ ਸਕਦਾ ਸੀ, ਪਰ ਇਹ ਹੁਣ ਮਹਾਰਾਜ ਦੀ ਕਿਰਪਾ ਵਾ, ਉਹਨੇ ਨਹੀਂ ਇਸ ਪਾਸੇ ਹੋਣ ਦਿੱਤਾ। ਉਹਨੂੰ ਬਿਮਾਰੀ ਇਹੋ ਜਿਹੀ ਲਾਤੀ ਵੀ ਜਿਹੜੀ ਉਹਦਾ ਸਰੀਰ ਕਾਮਯਾਬ ਨਹੀਂ ਹੋ ਸਕਿਆ, ਅਤੇ ਹੁਣ ਉਹ ਤਕਰੀਬਨ ਆਪਣੇ ਆਪ ਦੇ ਵਿੱਚ ਵੀ ਖੁਸ਼ ਆ ਵਿਚਾਰਾ, ਅਤੇ ਹੌਸਲਾ ਬਹੁਤ ਵਿੱਚ ਆ ਉਹਦੇ ਵਿੱਚ। ਬਾਕੀ ਕੋਈ ਐਸੀ ਗੱਲ ਨਹੀਂ, ਅਸੀਂ ਵੀ ਉਹਦਾ ਸਾਥ ਦਿੰਦੇ ਹਾਂ, ਉਹ ਸਾਡਾ ਸਾਥ ਦਿੰਦਾ ਵਾ, ਅਤੇ ਸਕੂਲ ਵੀ ਗਿਆ, ਪੜ੍ਹਾਈ ਵੀ ਕਰਦਾ ਰਿਹਾ ਵਾ। ਅਸੀਂ ਦਰਬਾਰ ਸਾਹਿਬ ਜਾਂਦੇ ਹਾਂ, ਇਹਨੂੰ ਨਾਲ ਲੈ ਜਾਈਦਾ ਸੀ। ਇਹ ਅੱਗੇ ਸਾਡੇ ਤੁਰ ਜਾਣੇ ਨੇ ਪਰਿਕਰਮਾ ਸਾਰੀਆਂ ਆਪ ਹੀ ਤੁਰ ਕੇ ਕਰਨੀਆਂ, ਅੱਗੇ ਨੱਸੇ ਜਾਣਾ, ਫਿਰ ਜਦੋਂ ਅਸੀਂ ਲੱਗ ਜਾਣਾ ਫਿਰ ਇਹਨੇ ਗਾਂਹ ਤੁਰ ਪੈਣਾ। ਇਸ ਕਰਕੇ ਵਾਹਵਾ ਅਸੀਂ ਇਹਦੇ ਨਾਲ ਮਤਲਬ ਹੱਸਦੇ ਖੇਡਦੇ ਰਹੇ, ਇਹਦਾ ਸਾਥ ਦਿੰਦੇ ਰਹੇ। ਆਂਟੀ ਜੀ ਮੈਂ ਜਾਣਨਾ ਚਾਹਾਂਗਾ, ਜਦੋਂ ਬੇਟਾ ਬੁੱਕ ਲਾਂਚ ਕਰਦਾ ਤਾਂ ਤੁਸੀਂ ਉਸ ਬੁੱਕ ਨੂੰ ਜਦੋਂ ਲਾਂਚ ਹੁੰਦੀ ਤਾਂ ਕਿੰਨੀ ਕੁ ਖੁਸ਼ੀ ਹੁੰਦੀ ਆ, ਔਰ ਤੁਸੀਂ ਇਸ ਬੁੱਕ ਨੂੰ ਕਿੰਨੇ ਸਮੇਂ ਦੇ ਵਿੱਚ ਸਾਰਾ ਕਿੰਨਾ ਸਮਾਂ ਲਿਆ? ਇਹਨੂੰ ਸਾਰੀ ਬੁੱਕ ਨੂੰ ਤਾਂ ਜ਼ਰੂਰ ਪੜ੍ਹਿਆ ਹੋਏਗਾ ਤੁਸੀਂ। ਸਾਰੀ ਬੁੱਕ ਨੂੰ ਮੈਂ ਤਾਂ 2 ਦਿਨ ਵਿੱਚ ਪੜ੍ਹ ਲਿਆ, ਅਤੇ ਮੈਨੂੰ ਬਹੁਤ ਫਖਰ ਮਹਿਸੂਸ ਹੋਇਆ ਜਦੋਂ ਇਹਨੇ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ, ਸਭ ਤਰ੍ਹਾਂ ਦੀਆਂ ਕਹਾਣੀਆਂ ਲਿਖੀਆਂ। ਇਹ ਨਹੀਂ ਮਹਾਰਾਣੀ ਮਾਂ 'ਤੇ ਲਿਖੀ ਆ,
ਉਹ ਵੀ ਇਹਦੀ ਆਪਣੀ ਇੱਕ ਹੈਗੀ ਸੀ। ਮਤਲਬ ਬਾਕੀ ਇਹਨੇ ਸਮਾਜ ਵਾਸਤੇ ਵੀ ਲਿਖੀਆਂ ਕਹਾਣੀਆਂ ਕਿ ਜਿਸ ਤਰ੍ਹਾਂ ਬੱਚੇ ਆਪਣੇ ਮਾਂ ਪਿਓ ਨੂੰ ਛੋਟੀ ਛੋਟੀ ਗੱਲ ਪਿੱਛੇ ਲੜਦੇ ਆ, ਪੈਸੇ ਪਿੱਛੇ ਲੜਦੇ ਆ, ਨਸ਼ਿਆਂ ਪਿੱਛੇ ਲੜਦੇ ਆ, ਕਿਸ ਤਰ੍ਹਾਂ ਆਪਣੀ ਜ਼ਿੰਦਗੀ, ਅਨਮੋਲ ਜ਼ਿੰਦਗੀ ਨੂੰ ਵਿਅਰਥ ਗਵਾ ਲੈਂਦੇ ਆ। ਆਪਣੇ ਬੱਚਿਆਂ ਲਈ ਕੁਛ ਨਹੀਂ ਕਰ ਪਾਉਂਦੇ, ਆਪਣੇ ਮਾਂ ਪਿਓ ਨੂੰ ਕੁਛ ਸੁੱਖ ਨਹੀਂ ਦੇ ਸਕਦੇ, ਸਗੋਂ ਉਲਟਾ ਮਾਂ ਪਿਓ ਕੋਲੋਂ ਮੰਗਦੇ ਆ। ਜੇ ਉਹ ਨਹੀਂ ਦਿੰਦੇ ਤੇ ਫਿਰ ਉਹਨਾਂ ਨਾਲ ਲੜਦੇ ਝਗੜਦੇ ਆ। ਮੈਂ ਕਹਿੰਦੀ ਇਹ ਨਾ ਕਰੋ ਪਲੀਜ਼, ਇਹ ਨਾ ਕਰੋ ਨੌਜਵਾਨੋ। ਇਹ ਜ਼ਿੰਦਗੀ ਬੜੀ ਅਨਮੋਲ ਹੈ, ਬੜੀ ਅਨਮੋਲ ਹੈ ਜ਼ਿੰਦਗੀ। ਇਹਨੂੰ ਚੰਗੀ ਤਰ੍ਹਾਂ ਜੀਓ, ਖੁਸ਼ ਹੋ ਕੇ ਜੀਓ। ਪਰਮਾਤਮਾ ਨੇ ਸਭ ਕੁਝ ਦਿੱਤਾ ਤੁਹਾਨੂੰ, ਹੱਥ ਪੈਰ ਦਿੱਤੇ ਨੇ, ਸਭ ਕੁਝ ਦਿੱਤਾ ਹੈ, ਸੋਹਣੇ ਸਰੀਰ ਦਿੱਤੇ ਨੇ। ਉਹ ਉਹਨਾਂ ਦੇ ਸਰੀਰ ਵੇਖੋ ਜਿਨ੍ਹਾਂ ਦੇ ਨਹੀਂ ਸਰੀਰ ਕੰਮ ਕਰਦੇ, ਜਿਹੜੇ ਹਸਪਤਾਲਾਂ ਵਿੱਚ ਵਿਚਾਰੇ ਰੋਲਦੇ ਆ, ਉਹਨਾਂ ਵੱਲ ਵੇਖੋ। ਇਸ ਲਈ ਤੁਹਾਨੂੰ ਰੱਬ ਨੇ ਚੰਗੇ ਸਰੀਰ ਦਿੱਤੇ ਤੇ ਚੰਗੇ ਕੰਮ ਕਰੋ, ਚੰਗੀ ਸੋਚ ਰੱਖੋ, ਸਕਾਰਾਤਮਕ ਸੋਚ ਰੱਖੋ, ਨਕਾਰਾਤਮਕ ਸੋਚ ਨਾ ਰੱਖੋ। ਆਪਣੇ ਜੇ ਤੁਹਾਨੂੰ ਮਾਂ ਪਿਓ ਨੇ ਜਨਮ ਦਿੱਤਾ ਹੈ, ਤੁਸੀਂ ਵੀ ਆਪਣੇ ਮਾਂ ਪਿਓ ਨੂੰ ਖੁਸ਼ੀਆਂ ਦੇ ਕੇ ਜਾਓ। ਬੁਢਾਪੇ ਵਿੱਚ ਉਹਨਾਂ ਦਾ ਸਹਾਰਾ ਬਣੋ, ਉਹਨਾਂ ਨੂੰ, ਬਜ਼ੁਰਗਾਂ ਨੂੰ ਨਾ ਰੋਲੋ ਬਿਰਧ ਆਸ਼ਰਮਾਂ ਵਿੱਚ। ਪਲੀਜ਼ ਮੈਂ ਰਿਕੁਐਸਟ ਕਰਦੀ ਹਾਂ ਆਪ ਸਾਰੇ ਨੌਜਵਾਨਾਂ ਅੱਗੇ ਕਿ ਆਪਣੀ ਜ਼ਿੰਦਗੀ ਨੂੰ ਰੋਲੋ ਨਾ। ਜ਼ਿੰਦਗੀ ਬੜਾ ਅਨਮੋਲ ਖਜ਼ਾਨਾ, ਇੱਕੋ ਵਾਰੀ ਜ਼ਿੰਦਗੀ ਮਿਲਦੀ ਹੈ, ਸੋ ਇਹਨੂੰ ਖੁਸ਼ੀਆਂ ਨਾਲ ਜੀਓ। ਤਾਂ ਆਂਟੀ ਜੀ, ਜਿਵੇਂ ਹਰ ਇੱਕ ਮਾਂ ਨੂੰ ਇੱਕ ਮਾਂ ਦਾ ਸੁਪਨਾ ਹੁੰਦਾ ਹੈ ਕਿ ਮੇਰਾ ਪੁੱਤ ਜਵਾਨ ਹੋਊਗਾ ਤਾਂ ਮੇਰੇ ਘਰ ਦੇ ਵਿੱਚ ਨੂੰਹ ਆਏਗੀ ਤਾਂ ਬੱਚੇ ਜਿਹੜੇ ਆ ਉਹਦੇ ਖੇਡਣਗੇ, ਮੈਂ ਖਿਡਾਵਾਂਗੀ। ਤਾਂ ਤੁਹਾਨੂੰ ਕਿੰਨਾ ਕੁ ਚਾਅ ਸੀ ਔਰ ਕਿੰਨਾ ਕੁ ਦੁੱਖ ਲੱਗਦਾ ਹੁੰਦਾ? ਮੈਨੂੰ ਚਾਅ ਤਾਂ ਬੜਾ ਹੈ, ਪਰ ਮੇਰੇ 2 ਬੇਟੇ ਵਿਆਹੇ ਨੇ, ਪੋਤਰੇ ਨੇ, ਪੋਤਰੀਆਂ ਵੀ, 2 ਪੋਤਰੇ ਨੇ, 2 ਪੋਤਰੀਆਂ ਨੇ। ਉਹ ਇਹਨੇ ਨਾਲ ਬੜਾ ਪਿਆਰ ਕਰਦੇ ਆ। ਰਾਜਾ ਚਾਚੂ ਕਹਿੰਦੇ ਆ, ਚਾਚੂ ਕਹਿੰਦੇ। ਇਹਨੂੰ ਵੀ ਬੜਾ ਖੁਸ਼ ਹੁੰਦਾ ਹੈ। ਪਰ ਫਿਰ ਇਹਨੂੰ ਕਈ ਵਾਰੀ ਮਤਲਬ ਹੁੰਦਾ ਸੀ, ਦੋਸਤੀ ਹੁੰਦੀ ਸੀ ਕਈ ਕੁੜੀਆਂ ਨਾਲ, ਪਰ ਇਹਨੇ ਕਿਹਾ ਨਹੀਂ, ਮੈਂ ਕਿਸੇ ਦੀ ਜ਼ਿੰਦਗੀ ਖਰਾਬ ਨਹੀਂ ਕਰਨੀ। ਦੋਸਤੀ ਤੱਕ ਹੀ ਬਸ ਸੀਮਤ ਰਹਿੰਦੀ ਸੀ। ਤੇ ਫਿਰ ਇਹਨੇ ਇਸੇ ਗੱਲ 'ਚ ਸੰਤੁਸ਼ਟ ਹੈਗਾ ਤੇ ਅਸੀਂ ਵੀ ਸੰਤੁਸ਼ਟ ਹਾਂ ਕਿ ਚਲੋ ਕੋਈ ਗੱਲ ਨਹੀਂ, ਫਿਰ ਕੀ ਹੋਇਆ, ਪਰਮਾਤਮਾ ਨੇ ਨਹੀਂ ਕੀਤਾ ਤੇ ਚਲੋ ਹੁੰਦਾ ਹੀ ਆ। ਸੋ ਇਹ ਸਨ ਰਾਜਾ ਹੰਸਪਾਲ ਔਰ ਉਹਨਾਂ ਦੇ ਮਾਤਾ ਪਿਤਾ ਜੀ। ਸੋ ਤੁਸੀਂ ਸੁਣਿਆ ਕਿ ਬੇਟੇ ਅਤੇ ਮਾਤਾ ਜੀ ਅਤੇ ਉਹਨਾਂ ਦੇ ਪਿਤਾ ਦੇ ਵਿੱਚ ਬਹੁਤ ਹੌਸਲਾ ਹੈ ਔਰ ਬੜੀਆਂ ਵੱਡੀਆਂ ਉਦਾਹਰਨਾਂ ਦਿੱਤੀਆਂ ਜਾ ਰਹੀਆਂ ਨੇ ਇਹਨਾਂ ਦੁਆਰਾ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਹੌਸਲਾ ਨਹੀਂ ਹਾਰਨਾ ਚਾਹੀਦਾ। ਤਾਂ ਇੱਕ ਮਾਤਾ ਜੀ ਵੱਲੋਂ ਆਪਣੇ ਬੇਟੇ ਨੂੰ ਲੈ ਕੇ ਇੱਕ ਬੜੀ ਵੱਡੀ ਗੱਲ ਕੀਤੀ ਗਈ ਹੈ ਕਿ ਜੇਕਰ ਮੇਰੇ ਬੇਟੇ ਨੂੰ ਇਹ ਮੁਸ਼ਕਲ ਹੈ ਤਾਂ ਪਰਮਾਤਮਾ ਨੇ ਉਸ ਨੂੰ ਦਿਮਾਗ ਜੋ ਹੈ ਉਹ ਬਹੁਤ ਵਧੀਆ ਦਿੱਤਾ ਹੋਇਆ ਹੈ, ਜਿਸ ਦੀ ਵਰਤੋਂ ਕਰਕੇ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਕਵਿਤਾਵਾਂ ਲਿਖਦੇ ਨੇ, ਜਿਵੇਂ ਕਿ ਉਹਨਾਂ ਨੇ ਹੁਣ ਇੱਕ ਬੁੱਕ ਵੀ ਲਿਖੀ ਹੈ। ਇਸ ਤਰ੍ਹਾਂ ਜੁੜੇ ਰਹੋ ਪੰਜਾਬ ਸਟਾਰ TV ਕੈਨੇਡਾ ਦੇ ਨਾਲ। ਤੁਹਾਨੂੰ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। ਕੈਮਰਾਮੈਨ JP ਸਨੋਤਰਾ ਦੇ ਨਾਲ ਅੰਮ੍ਰਿਤਸਰ ਤੋਂ ਪ੍ਰਦੀਪ ਅਰੋੜਾ ਦੀ ਰਿਪੋਰਟ।